Hello everyone, this is Manpreet from Nursing Scoop Live. I hope you all are doing really great. So in today's video, we are going to discuss a very important topic. This topic is not only important for the NCLEX exam. ਤੁਸੀਂ ਕਿਸੇ ਵੀ ਨਰਸਿੰਗ ਐਗਜ਼ਾਮ ਦੀ ਅਗਰ ਪ੍ਰੈਪਰੇਸ਼ਨ ਕਰ ਰਹੇ ਹੈਗੇ ਆ then ਇਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਗੀ ਆ. So if you are visiting this channel first time, then please subscribe the Nursing Scoop Live because I'm posting the videos regularly, and to receive the all upcoming notifications, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ. So let's make this channel more interactive. ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੇ ਨਰਸਿੰਗ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆ ਤੇ ਤੁਸੀਂ ਕਿਹੜੀ ਲੋਕੇਸ਼ਨ ਤੋਂ ਨਰਸਿੰਗ ਸਕੂਪ ਲਾਈਵ ਦੀਆਂ ਵੀਡੀਓਜ਼ ਦੇਖਦੇ ਆ. Okay, so now let's get started. Our most important topic, that is the fluid electrolyte imbalance ਦਾ ਇੱਕ ਪਾਰਟ ਹੈਗਾ ਆ hyperkalemia. So let's start this topic. So fluid electrolyte imbalance ਦੇ ਵਿੱਚ potassium imbalance is the most important topic. So potassium imbalance high ਜਾਂ low ਨੂੰ ਆਪਾਂ ਬੋਲਦੇ ਹਾਂ. Potassium is the king ion. ਇਹਦੀ ਥੋੜੀ ਬਹੁਤੀ ਵੀ fluctuation patient ਦੀ life ਨੂੰ danger ਚ ਪਾ ਸਕਦੀ ਆ. So what is the meaning of this word hyperkalemia? Hyper ਦਾ ਮਤਲਬ ਕੀ ਆ ਜੀ? Increased or elevated. Cal ਦਾ ਮਤਲਬ ਹੈਗਾ ਆ potassium. Potassium ਨੂੰ ਆਪਾਂ K positive ਦੇ ਨਾਲ denote ਕਰਦੇ ਹਾਂ. ਈਮੀਆ ਦਾ ਮਤਲਬ ਹੈਗਾ ਆ ਬਲੱਡ. ਸੋ ਬਲੱਡ ਦੇ ਵਿੱਚ ਪੋਟਾਸ਼ੀਅਮ ਦਾ ਹਾਈ ਲੈਵਲ ਇਜ਼ ਨੋਨ ਐਜ਼ ਦੀ ਹਾਈਪਰਕੈਲੀਮੀਆ. ਓਕੇ ਜੀ, ਹੁਣ ਆਪਾਂ ਨੈਕਸਟ ਸਲਾਈਡ ਤੇ ਦੇਖਦੇ ਹਾਂ ਕਿ ਨਾਰਮਲ ਸੀਰਮ ਪੋਟਾਸ਼ੀਅਮ ਲੈਵਲ ਕਿੰਨਾ ਹੁੰਦਾ. ਸੋ ਨਾਰਮਲ ਸੀਰਮ ਪੋਟਾਸ਼ੀਅਮ ਲੈਵਲ ਇਜ਼ 3.5 to 5 ਮਿਲੀ ਇਕੁਇਵਲੈਂਟ ਪਰ ਲੀਟਰ. ਸੀਰਮ ਦਾ ਮਤਲਬ ਇਨ ਬਲੱਡ ਪੋਟਾਸ਼ੀਅਮ ਕਿੰਨਾ ਆ. ਸੋ ਮੇਜਰਲੀ ਜੋ 98% ਪੋਟਾਸ਼ੀਅਮ ਸਾਡੀ ਬਾਡੀ ਚ ਪ੍ਰੈਜ਼ੈਂਟ ਹੁੰਦਾ ਹੈ, that is in our cell. So cells ਦੇ ਵਿੱਚ 98% ਪੋਟਾਸ਼ੀਅਮ ਪ੍ਰੈਜ਼ੈਂਟ ਹੁੰਦਾ ਆ. ਜਿਹੜਾ 2% ਰਹਿ ਜਾਂਦਾ ਆ ਉਹ ਸਾਡੇ ਬਲੱਡ ਦੇ ਵਿੱਚ ਹੁੰਦਾ ਆ. ਸੋ ਇਹ 2% ਦੀ ਕਿੰਨੀ ਨਾਰਮਲ ਵੈਲਿਊ ਹੋਣੀ ਚਾਹੀਦੀ ਹੈ? 3.5 to 5 ਮਿਲੀ ਇਕੁਇਵਲੈਂਟ ਪਰ ਲੀਟਰ. ਅਗਰ 3.5 ਤੋਂ ਘੱਟ ਆ ਦੈਨ ਆਪਾਂ ਉਹਨੂੰ ਹਾਈਪੋਕੈਲੀਮੀਆ ਬੋਲਦੇ ਆ. ਅਗਰ 5 ਮਿਲੀ ਇਕੁਇਵਲੈਂਟ ਤੋਂ ਜ਼ਿਆਦਾ ਆ ਦੈਨ ਆਪਾਂ ਉਹਨੂੰ ਬੋਲਦੇ ਆ ਹਾਈਪਰਕੈਲੀਮੀਆ. ਸੋ ਹੁਣ ਅਸੀਂ ਜੋ ਅੱਜ ਕੰਡੀਸ਼ਨ ਪੜਨ ਲੱਗੇ ਹਾਂ ਇਹ ਆ ਕਿ ਤੁਹਾਡੇ ਬਲੱਡ ਦੇ ਵਿੱਚ ਸੀਰਮ ਦੇ ਵਿੱਚ ਪੋਟਾਸ਼ੀਅਮ ਲੈਵਲ 5 ਮਿਲੀ ਇਕੁਇਵਲੈਂਟ ਤੋਂ ਜ਼ਿਆਦਾ ਆ. ਸੋ ਇਹਦੇ ਤੁਹਾਨੂੰ ਕਾਜ਼ਸ ਤੇ ਕੁਐਸਚਨ ਆ ਸਕਦਾ ਆ, ਸਾਈਨ ਐਂਡ ਸਿੰਪਟਮਸ ਤੇ ਆ ਸਕਦਾ ਹੈ ਤੇ ਮੈਨੇਜਮੈਂਟ ਤੇ ਕੁਐਸਚਨ ਆ ਸਕਦਾ ਹੈ ਬਿਕੋਜ਼ ਹਾਈਪਰਕੈਲੀਮੀਆ ਕਾਰਡੀਅਕ ਅਰੈਸਟ ਨੂੰ ਲੀਡ ਕਰ ਸਕਦਾ ਆ. ਸੋ ਪਹਿਲਾਂ ਅਸੀਂ ਦੇਖਦੇ ਹਾਂ ਹੁਣ ਕੰਡੀਸ਼ਨਸ ਜਿਹੜੀਆਂ ਹਾਈਪਰਕੈਲੀਮੀਆ ਕਰ ਸਕਦੀਆਂ, ਪੋਟਾਸ਼ੀਅਮ ਲੈਵਲ ਇਨਕਰੀਜ਼ਡ ਕਰ ਸਕਦੀਆਂ. ਸੋ ਪਹਿਲੇ ਨੰਬਰ ਤੇ ਆ ਗਿਆ ਜੀ ਓਵਰ ਇੰਜੈਸ਼ਨ ਆਫ ਦੀ ਪੋਟਾਸ਼ੀਅਮ ਕੰਟੇਨਿੰਗ ਫੂਡ. ਜੇ ਅਸੀਂ ਪੋਟਾਸ਼ੀਅਮ ਰਿਚ ਫੂਡਸ ਦੀ ਕੰਜ਼ੰਪਸ਼ਨ ਜ਼ਿਆਦਾ ਕਰਦੇ ਹਾਂ ਤਾਂ ਚਾਂਸ ਹੈਗਾ ਆ ਕਿ ਸਾਡਾ ਸੀਰਮ ਦੇ ਵਿੱਚ ਬਲੱਡ ਦੇ ਵਿੱਚ ਪੋਟਾਸ਼ੀਅਮ ਲੈਵਲ ਜ਼ਿਆਦਾ ਹੋਵੇ. ਸੋ ਕਿਹੜੇ ਫੂਡ ਆ ਜੋ ਪੋਟਾਸ਼ੀਅਮ ਰਿਚ ਆ? ਕੁਐਸਚਨ ਇਹਦੇ ਤੇ ਵੀ ਤੁਹਾਨੂੰ ਬਣ ਸਕਦਾ ਹੈ. ਪੋਟਾਸ਼ੀਅਮ ਰਿਚ ਡਾਈਟ ਪਤਾ ਹੋਣੀ ਚਾਹੀਦੀ ਆ. ਸੋ ਇਹਦੇ ਵਿੱਚ ਆ ਜਾਂਦੇ ਰੇਜ਼ਨਸ, ਸੋ ਸਿਟਰਸ ਫਰੂਟ ਜਿਹਦੇ ਵਿੱਚ ਆ ਜਾਂਦਾ ਟੋਮੇਟੋ, ਔਰੇਂਜਸ, ਦੈਨ ਸਪਿਨਚ, ਪਾਲਕ ਹੋ ਗਈ ਆਪਣੀ, ਕੀਵੀ ਫਰੂਟ ਹੋ ਗਿਆ, ਸਟ੍ਰਾਬੇਰੀ ਹੋ ਗਏ, then mushroom, potatoes, then banana, avocado and cantaloupe, ਖਰਬੂਜਾ ਜਿਹਨੂੰ ਕਹਿ ਦਿੰਦੇ ਆ. ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਆ. ਐਂਡ ਅਪਾਰਟ ਫਰੋਮ ਦਿਸ ਆਪਾਂ ਇੱਕ ਨਿਮੋਨਿਕ ਵੀ ਬਣਾਇਆ. ਇਹ ਨਿਮੋਨਿਕ ਨੂੰ ਵੀ ਤੁਸੀਂ ਯਾਦ ਕਰ ਸਕਦੇ ਹੈਗੇ ਆ ਪੋਟਾਸ਼ੀਅਮ ਰਿਚ ਡਾਈਟ ਨੂੰ ਯਾਦ ਕਰਨ ਦੇ ਲਈ. ਸੋ ਥਿੰਕ ਅਬਾਊਟ ਦੀ ਰੇਨਬੋ ਕਲਰਸ ਐਂਡ ਵਾਈਟ ਕਲਰ. ਸੋ ਰੇਨਬੋ ਦੇ ਵਿੱਚ ਪਹਿਲਾ ਰੈੱਡ ਆ ਜਾਂਦਾ. ਸੋ ਰੈੱਡ ਸਟ੍ਰਾਬੇਰੀ ਔਰ ਟੋਮੇਟੋ, ਇਟ ਇਜ਼ ਦ ਪੋਟਾਸ਼ੀਅਮ ਰਿਚ ਬਟ ਐਪਲ ਇਜ਼ ਨਾਟ ਦੀ ਪੋਟਾਸ਼ੀਅਮ ਰਿਚ. ਨੈਕਸਟ ਔਰੇਂਜ ਕਲਰ ਦੇ ਵਿੱਚ ਔਰੇਂਜ, ਕੈਂਟਾਲੂਪ, ਕੈਰਟ ਐਂਡ ਐਪਰੀਕੋਟ ਆ ਗਿਆ. ਯੈਲੋ ਕਲਰ ਦੇ ਵਿੱਚ ਬਨਾਨਾ ਐਂਡ ਪੋਟੇਟੋ ਆ ਗਏ. ਦੈਨ ਗ੍ਰੀਨ ਕਲਰ ਦੇ ਵਿੱਚ ਐਵੋਕੈਡੋ ਐਂਡ ਕੀਵੀ. ਬਲੂ ਸੀ ਫੂਡ ਆ ਗਿਆ, ਇਹਦੇ ਵਿੱਚ ਫਿਸ਼ ਆ ਗਈ. ਦੈਨ ਇੰਡੀਗੋ ਦੇ ਵਿੱਚ ਰੇਜ਼ਨਸ ਆ ਗਈਆਂ ਇੰਡੀਗੋ ਕਲਰ ਦੇ ਵਿੱਚ. ਐਂਡ ਵਾਈਟ ਕਲਰ ਦੇ ਵਿੱਚ ਆਊਗਾ ਯੋਗਰਟ, ਕਰੀਮ, ਮਿਲਕ, ਡੇਰੀ ਪ੍ਰੋਡਕਟਸ ਐਂਡ ਸਾਲਟ ਸਬਸਟੀਟਿਊਟ. ਸੋ ਸਾਲਟ ਸਬਸਟੀਟਿਊਟ ਦੇ ਵਿੱਚ ਪੋਟਾਸ਼ੀਅਮ ਹੀ ਹੁੰਦਾ ਹੈਗਾ ਆ. ਸੋ ਬਿਲਕੁਲ ਸਾਲਟ ਵਰਗਾ, ਸੋਡੀਅਮ ਵਰਗਾ ਟੇਸਟ ਦਿੰਦਾ ਹੈ ਪੋਟਾਸ਼ੀਅਮ. ਸੋ ਸਾਲਟ ਸਬਸਟੀਟਿਊਟ ਵੀ ਪੋਟਾਸ਼ੀਅਮ ਦਾ ਲੈਵਲ ਇਨਕਰੀਜ਼ ਕਰ ਸਕਦਾ ਹੈ. ਸੋ ਇਹ ਸਾਰੇ ਫੂਡ ਹੋ ਗਏ ਜਿਨ੍ਹਾਂ ਦੀ ਐਕਸੈਸਿਵ ਔਰ ਓਵਰ ਕੰਜ਼ੰਪਸ਼ਨ ਦੇ ਨਾਲ ਪੋਟਾਸ਼ੀਅਮ ਲੈਵਲ ਹਾਈ ਹੋ ਸਕਦਾ ਆ. ਅਪਾਰਟ ਫਰੋਮ ਦਿਸ ਪੋਟਾਸ਼ੀਅਮ ਸਪਲੀਮੈਂਟਸ ਲੈਣੇ, ਉਹ ਵੀ ਪੋਟਾਸ਼ੀਅਮ ਦੇ ਲੈਵਲ ਨੂੰ ਇਨਕਰੀਜ਼ ਕਰ ਸਕਦੇ ਆ. ਹੁਣ ਨੈਕਸਟ ਕੁਝ ਮੈਡੀਕੇਸ਼ਨਸ, ਇਹਨਾਂ ਦੀ ਓਵਰ ਕੰਜ਼ੰਪਸ਼ਨ ਦੇ ਨਾਲ ਵੀ ਹਾਈਪਰਕੈਲੀਮੀਆ ਹੋ ਸਕਦਾ ਆ. ਸੋ ਪਹਿਲਾਂ ਇਹਦੇ ਵਿੱਚ ਆ ਜਾਂਦੇ ਡਾਇੂਰੈਟਿਕਸ, ਪੋਟਾਸ਼ੀਅਮ ਸਪੇਅਰਿੰਗ ਡਾਇੂਰੈਟਿਕਸ, ਮਤਲਬ ਜੋ ਪੋਟਾਸ਼ੀਅਮ ਨੂੰ ਸਪੇਅਰ ਕਰ ਰਹੇ ਆ, ਪੋਟਾਸ਼ੀਅਮ ਦੀ ਰਿਟੈਂਸ਼ਨ ਕਰ ਰਹੇ ਆ. ਇਹਦੀ ਐਗਜ਼ਾਮਪਲ ਹੈਗੀ ਜੀ ਸਪਰਾਈਨੋਲੈਕਟੋਨ. ਸੋ ਅਗਰ ਪੋਟਾਸ਼ੀਅਮ ਦੀ ਰਿਟੈਂਸ਼ਨ ਹੋ ਰਹੀ ਹੈ ਤਾਂ ਆਬਵੀਅਸਲੀ ਬਲੱਡ ਦੇ ਵਿੱਚ ਪੋਟਾਸ਼ੀਅਮ ਦਾ ਲੈਵਲ ਵੱਧ ਹੋਊਗਾ. Next ਆ ਗਿਆ rapid infusion of the potassium containing IV solutions. So any form of the potassium supplement or solution will increase the potassium in blood. Next ਆ ਗਿਆ ਜੀ ACEI, angiotensin converting enzyme inhibitors.
ਸੋ ਇਹ ਇੱਕ ਐਂਟੀ ਹਾਈਪਰਟੈਂਸਿਵ ਡਰਗ ਆ ਜੋ ਹਾਈ ਬਲੱਡ ਪ੍ਰੈਸ਼ਰ ਦੇ ਕਲਾਇੰਟਸ ਨੂੰ ਦਿੱਤੀ ਜਾਂਦੀ ਆ। ਸੋ ਇਹਦੇ ਪਿੱਛੇ ਪ੍ਰਿਲ ਲੱਗਦਾ, ਐਨਾਪ੍ਰਿਲ, ਕੈਪਟੋਪ੍ਰਿਲ। ਸੋ ਇਹ ਵੀ ਜਿਹੜੀਆਂ ਡਰੱਗਸ ਹੈਗੀਆਂ ਪੋਟਾਸ਼ੀਅਮ ਦੇ ਲੈਵਲ ਨੂੰ ਇਨਕਰੀਜ਼ ਕਰਦੀਆਂ ਆ ਵਾਈ ਰਿਟੇਨਿੰਗ ਦੀ ਪੋਟਾਸ਼ੀਅਮ। ਨੈਕਸਟ ਆ ਗਈ ਕੰਡੀਸ਼ਨਸ, ਡਿਜ਼ੀਜ਼ ਕੰਡੀਸ਼ਨ ਲਾਈਕ ਐਡੀਸਨ ਡਿਜ਼ੀਜ਼। ਸੋ ਐਡੀਸਨ ਡਿਜ਼ੀਜ਼ ਇੱਕ ਉਹ ਡਿਜ਼ੀਜ਼ ਕੰਡੀਸ਼ਨ ਆ ਜਿਹਦੇ ਵਿੱਚ ਸਾਡੀ ਬਾਡੀ ਦੇ ਵਿੱਚ ਕੋਰਟੀਕੋਸਟੀਰੋਇਡਸ ਦਾ ਲੈਵਲ ਹੋ ਜਾਂਦਾ ਆ ਲੋ। ਕੋਰਟੀਕੋਸਟੀਰੋਇਡਸ ਜਿਹੜੇ ਹੈਗੇ ਜੀ ਇਹ ਸੋਡੀਅਮ ਤੇ ਵਾਟਰ ਦੀ ਰਿਟੈਂਸ਼ਨ ਕਰਦੇ ਆ। ਸੋ ਸੋਡੀਅਮ ਦਾ ਇਨਕਰੀਜ਼ ਹੋਣ ਦਾ ਮਤਲਬ ਹੈਗਾ ਆ ਪੋਟਾਸ਼ੀਅਮ ਡਿਕਰੀਜ਼ ਹੋਣਾ। ਹੁਣ ਇੱਥੇ ਐਡੀਸਨ ਡਿਜ਼ੀਜ਼ ਦੇ ਵਿੱਚ ਕੀ ਹੈਗਾ ਆ, ਜਿਹੜੇ ਕੋਰਟੀਕੋਸਟੀਰੋਇਡਸ ਆ ਇਹਨਾਂ ਦਾ ਲੈਵਲ ਡਿਕਰੀਜ਼ ਹੋ ਜਾਂਦਾ, ਕੋਰਟੀਕੋਸਟੀਰੋਇਡ ਦੀ ਸਕ੍ਰੀਸ਼ਨ ਡਿਕਰੀਜ਼ ਹੋ ਜਾਂਦੀ ਆ। ਕੋਰਟੀਕੋਸਟੀਰੋਇਡ ਦੀ ਸਕ੍ਰੀਸ਼ਨ ਡਿਕਰੀਜ਼ ਹੋਣ ਦਾ ਮਤਲਬ ਆ ਹੁਣ ਸੋਡੀਅਮ ਲੈਵਲ ਲੋ ਹੋਊਗਾ, ਸੋਡੀਅਮ ਲੈਵਲ ਲੋ ਆ ਤੇ ਪੋਟਾਸ਼ੀਅਮ ਲੈਵਲ ਹਾਈ ਹੋ ਜਾਣਾ। ਸੋ ਆਲਵੇਜ਼ ਸੋਡੀਅਮ ਤੇ ਪੋਟਾਸ਼ੀਅਮ ਐਂਟੀ ਚੱਲਦੇ ਆ। ਸੋ ਐਡੀਸਨ ਡਿਜ਼ੀਜ਼ ਦੇ ਵਿੱਚ ਕੋਰਟੀਕੋਸਟੀਰੋਇਡ ਲੋ ਹੋਣ ਦੇ ਕਰਕੇ ਸੋਡੀਅਮ ਲੋ ਹੋਊਗਾ, ਸੋਡੀਅਮ ਲੋ ਹੋਣ ਦਾ ਮਤਲਬ ਪੋਟਾਸ਼ੀਅਮ ਹਾਈ, ਹਾਈਪਰਕੈਲੀਮੀਆ। ਨੈਕਸਟ ਆ ਗਿਆ ਮੂਵਮੈਂਟ ਆਫ ਦੀ ਪੋਟਾਸ਼ੀਅਮ ਫਰੋਮ ਦੀ ਇੰਟਰਾਸੈਲੂਲਰ ਟੂ ਐਕਸਟਰਾਸੈਲੂਲਰ ਫਲੂਇਡ। ਸੋ ਹੁਣੇ ਆਪਾਂ ਉੱਪਰ ਵਾਲੀ ਸਲਾਈਡ 'ਚ ਗੱਲ ਕੀਤੀ ਕਿ ਜੋ 98% ਪੋਟਾਸ਼ੀਅਮ ਹੈਗਾ ਆ ਇਹ ਸਾਡੇ ਸੈਲਸ ਦੇ ਅੰਦਰ ਹੁੰਦਾ ਆ, ਜੋ 2% ਪੋਟਾਸ਼ੀਅਮ ਉਹ ਬਲੱਡ ਦੇ ਵਿੱਚ ਹੁੰਦਾ। ਹੁਣ ਐਨੀ ਕਾਈਂਡ ਆਫ ਦੀ ਟਿਸ਼ੂ ਡੈਮੇਜ ਔਰ ਸੈਲ ਡੈਮੇਜ ਦੇ ਨਾਲ ਕੀ ਹੋਣਾ ਹੈਗਾ ਆ, ਜੋ ਪੋਟਾਸ਼ੀਅਮ ਤੁਹਾਡੇ ਸੈਲਸ ਦੇ ਵਿੱਚ ਪਿਆ ਹੋਇਆ ਆ ਉਹ ਬਲੱਡ ਦੇ ਵਿੱਚ ਆ ਜਾਊਗਾ ਐਂਡ ਬਲੱਡ ਦੇ ਵਿੱਚ ਪੋਟਾਸ਼ੀਅਮ ਲੈਵਲ ਇਨਕਰੀਜ਼ ਹੋਣ ਨੂੰ ਅਸੀਂ ਬੋਲ ਦਿੰਦੇ ਆ ਹਾਈਪਰਕੈਲੀਮੀਆ। So any kind of tissue damage or hypercatabolism, catabolism ਕੀ ਆ increased reactions, so increased metabolic reactions ਹੋਣ ਦੇ ਨਾਲ cell damage ਹੁੰਦਾ ਆ and ਜੋ inside potassium ਹੈਗਾ ਉਹ cell ਤੋਂ blood ਦੇ ਵਿੱਚ shift ਹੋ ਜਾਊਗਾ। So next condition ਜੋ shift ਕਰਦਾ ਆ intracellular potassium to the extracellular fluid means in the blood, that is the acidosis. If pH is less in the body, less than 7.35, that will cause the shifting of potassium from the cell into the blood and that will cause the hyperkalemia. So all these are the causes of the hyperkalemia, high potassium level. So now let's talk about the sign and symptoms, clinical signs of the hyperkalemia. ਕਿੱਦਾਂ ਅਸੀਂ ਯਾਦ ਰੱਖਣੇ ਆ? So kalemias do same as the prefix. Same ਦਾ ਮਤਲਬ ਹੈਗਾ ਕਿ ਜੇ hyperkalemia ਹੈਗਾ ਆ ਤੇ ਸਾਰਾ ਕੁਝ high ਹੋਊਗਾ except heart rate and urinary output. So heart rate ਤੇ urinary output prefix ਦੇ against ਜਾਣਗੇ, ਬਾਕੀ ਸਾਰਾ ਕੁਝ up ਜਾਊਗਾ। Like brain ਦੇ ਵਿੱਚ ਹੁਣ ਹਾਈਪਰਕੈਲੀਮੀਆ ਦੇ ਵਿੱਚ ਹਾਈ ਹੋਊਗਾ, ਕੀ ਹੋਊਗਾ? ਇਰੀਟੇਬਿਲਿਟੀ ਹੋਊਗੀ, ਰੈਸਟਲੈਸਨੈਸ ਤੇ ਐਜੀਟੇਸ਼ਨ ਹੋਊਗੀ। ਲੰਗਸ ਦੇ ਵਿੱਚ ਟੈਕਿਪਨੀਆ ਹੋਊਗਾ, ਟੈਕਿਪਨੀਆ ਇਜ਼ ਦੀ ਰੈਸਪੀਰੇਟਰੀ ਰੇਟ more than 20 per minute. ਸੋ ਆਪਾਂ ਪੜਿਆ ਐਕਸੈਪਟ ਹਾਰਟ ਰੇਟ ਐਂਡ ਯੂਰੀਨਰੀ ਆਊਟਪੁੱਟ। ਸੋ ਹਾਰਟ ਰੇਟ ਇੱਥੇ ਡਿਕਰੀਜ਼ ਹੋਊਗਾ, ਲੈਸ ਦੈਨ 60 ਬੀਟਸ ਪਰ ਮਿੰਟ ਹੋਊਗਾ। ਓਲੀਗੋਯੂਰੀਆ ਹੋਊਗਾ, ਲੈਸ ਦੈਨ 30 ml ਪਰ ਆਰ ਯੂਰੀਨਰੀ ਆਊਟਪੁੱਟ ਹੋ ਸਕਦੀ ਹੈ ਇਨ ਕੇਸ ਆਫ ਹਾਈਪਰਕੈਲੀਮੀਆ। ਸੋ ਨੈਕਸਟ ਬੋਵਲ ਤੇ ਮਸਲਸ ਆ ਗਏ। ਸੋ ਐਵਰੀ ਬੋਡੀ ਸਿਸਟਮ ਵਿਲ ਬੀ ਇਨ ਦੀ ਅਪਰ ਰੇਂਜ ਇਨ ਕੇਸ ਆਫ ਹਾਈਪਰਕੈਲੀਮੀਆ। ਸੋ ਬੋਵਲ ਦੇ ਵਿੱਚ ਇੰਟੈਸਟਾਈਨਲ ਮੂਵਮੈਂਟਸ ਜ਼ਿਆਦਾ ਹੋਣਗੀਆਂ and it will cause the diarrhea or Burborrheimer. Burborrheimer is the increased bowel movements, increased bowel sounds. So next ਆ ਗਿਆ ਜੀ muscles. Muscle ਦੇ ਵਿੱਚ deep tendon reflexes high ਹੋਣਗੇ, 3+ ਔਰ 4+ ਹੋਣਗੇ। So 2+ reflexes normal grading ਦੇ ਵਿੱਚ ਆਉਂਦੇ ਆ, 3+, 4+ hyperreflexia ਦੇ ਵਿੱਚ ਆਉਂਦੇ ਹੈਗੇ ਆ। So all these are the signs of the hyperkalemia. So next ਹੁਣ ਆਪਾਂ ਦੇਖਾਂਗੇ ECG changes. This question is also important. ਤੁਹਾਨੂੰ question ਪੁੱਛਿਆ ਜਾ ਸਕਦਾ ਹੈ ਕਿ ਹਾਈਪਰਕੈਲੀਮੀਆ ਦੇ ਵਿੱਚ ECG changes ਕਿੱਦਾਂ ਆਉਂਦੇ ਆ? ਪੋਟਾਸ਼ੀਅਮ ਲੈਵਲ ਕੀ ਹੋ ਰਿਹਾ? ਹਾਈ ਹੋ ਰਿਹਾ। ਸੋ ਜਿਹੜੀ ਆਪਣੀ T wave ਹੈਗੀ ਆ ਇਹ ਨਾਰਮਲ ਨਹੀਂ ਹੋਊਗੀ, ਇਹ ਟਾਲ ਹੋ ਜਾਊਗੀ। ਸੋ ਟਾਲ T wave in hyperkalemia. So T wave ਵੀ ਹਾਈ ਹੋ ਰਹੀ ਆ in case of hyperkalemia. ਦੂਸਰੇ ਨੰਬਰ ਤੇ prolonged PR interval. ਜੋ PR interval ਆ ਇਹ increase ਹੋ ਰਿਹਾ ਆ। P wave flat ਹੋ ਰਹੀ ਆ। ਸੋ ਮੋਸਟ ਇੰਪੋਰਟੈਂਟਲੀ ਜੋ ਇੱਥੇ ਕੁਐਸਚਨ ਬਣਦਾ ਉਹ ਬਣਦਾ ਹੁੰਦਾ ਆ ST segment elevation ਤੇ depression ਪੁੱਛਿਆ ਜਾਂਦਾ ਆ। ਸੋ ਹਾਈਪਰਕੈਲੀਮੀਆ ਦੇ ਵਿੱਚ T wave ਹਾਈ ਹੋਣ ਦੇ ਨਾਲ ਪੀਕ ਤੇ ਜਾਣ ਦੇ ਨਾਲ ST segment elevation ਹੋ ਜਾਂਦਾ। This is P, Q, R, S ਤੇ T. ਸੋ ST segment elevation ਹੋ ਗਿਆ because of the tall T wave. ਸੋ ਨੂੰ ਇਦਾਂ ਯਾਦ ਰੱਖਣਾ। ਜਿਹੜਾ ਹਾਈਪੋਕੈਲੀਮੀਆ ਹੁੰਦਾ ਆ ਉਹਦੇ ਵਿੱਚ ST segment depression ਹੋ ਜਾਂਦਾ because of the low potassium. ਸੋ ਅਗਰ ਤੁਸੀਂ ਇਸ ਤਰੀਕੇ ਨਾਲ ਯਾਦ ਕਰੋਗੇ then ਤੁਹਾਨੂੰ ECG changes ਨਹੀਂ ਭੁੱਲਣਗੀਆਂ। ਸੋ ਨੈਕਸਟ ਆ ਗਿਆ ਜੀ ਟ੍ਰੀਟਮੈਂਟ ਆਫ ਦੀ ਹਾਈਪਰਕੈਲੀਮੀਆ। ਹਾਊ ਟੂ ਲੋਅਰ ਦੀ ਇਨਕਰੀਜ਼ ਪੋਟਾਸ਼ੀਅਮ ਲੈਵਲ। ਸੋ ਇਹਦਾ ਇੱਕ ਕੁਇਕ ਤੇ ਟੈਂਪਰੇਰੀ ਸੋਲੂਸ਼ਨ ਹੈਗਾ ਆ ਇਨਸੂਲਿਨ ਦੇ ਦਿਓ।
ਸੋ ਇਨਸੂਲਿਨ ਜਿਹੜੀ ਹੈਗੀ ਆ ਸਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਹਾਈਪਰਗਲਾਈਸੀਮੀਆ ਦੇ ਵਿੱਚ ਦਿੰਨੇ ਆ। ਸੋ ਇਹ ਕੀ ਕਰਦਾ ਆ, ਜੋ ਮੋਰ ਗਲੂਕੋਜ਼ ਮੋਲੀਕਿਊਲਸ ਹੈਗੇ ਆ ਫਰੋਮ ਦੀ ਬਲੱਡ ਸ਼ਿਫਟ ਕਰਵਾ ਦਿੰਦੀ ਆ ਇਨਟੂ ਦੀ ਸੈਲਸ। ਠੀਕ ਹੈ ਜੀ, ਇਨਸੂਲਿਨ ਦਾ ਰਿਲੇਸ਼ਨਸ਼ਿਪ ਦੇਖੋ ਕੀ ਹੁੰਦਾ ਆ। ਇਨਸੂਲਿਨ ਜਿਹੜੀ ਹੈਗੀ ਆ ਗਲੂਕੋਜ਼ ਮੋਲੀਕਿਊਲਸ ਨੂੰ ਬਲੱਡ ਤੋਂ ਸ਼ਿਫਟ ਕਰਵਾ ਦਿੰਦੀ ਇਨਟੂ ਦੀ ਸੈਲਸ। ਸੋ ਇਸ ਕਰਕੇ ਜਿਹੜਾ ਹੈਗਾ ਆ ਹਾਈਪਰਗਲਾਈਸੀਮੀਆ ਦੇ ਵਿੱਚ ਇਨਸੂਲਿਨ ਦੇਣ ਦੇ ਨਾਲ ਗਲੂਕੋਜ਼ ਲੈਵਲ ਨਾਰਮਲ ਹੋ ਜਾਂਦਾ। ਸੋ ਅਪਾਰਟ ਫਰੋਮ ਦਿਸ ਐਕਸ਼ਨ, ਜੋ ਇਨਸੂਲਿਨ ਹੈਗੀ ਆ ਇਹ ਪੋਟਾਸ਼ੀਅਮ ਵੀ ਬਲੱਡ ਤੋਂ ਸੈਲਸ ਚ ਮੂਵ ਕਰਵਾ ਦਿੰਦੀ ਆ। ਸੋ ਅਗਰ ਪੋਟਾਸ਼ੀਅਮ ਲੈਵਲ ਹਾਈ ਆ ਤੇ ਇਨਸੂਲਿਨ ਦੇਣ ਤੇ ਐਕਸੈਸਿਵ ਜੋ ਪੋਟਾਸ਼ੀਅਮ ਹੈਗਾ ਆ ਸੈਲਸ ਦੇ ਵਿੱਚ ਮੂਵ ਕਰ ਜਾਊਗਾ। ਸਿਰਫ ਕੱਲਾ ਪੋਟਾਸ਼ੀਅਮ ਹੀ ਨਹੀਂ ਹੈ, ਮੈਗਨੀਸ਼ੀਅਮ ਦੇ ਨਾਲ ਵੀ ਸੇਮ ਇਦਾਂ ਹੀ ਕਰਦੀ ਹੈ। ਸੋ ਇਨਸੂਲਿਨ ਦੇਣ ਦੇ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੋਨੇ ਫਰੋਮ ਦੀ ਬਲੱਡ ਇਨਟੂ ਦੀ ਸੈਲਸ ਜਾਂਦੇ ਆ। ਤਾਂ ਹਾਈਪਰ ਮੈਗਨੀਸ਼ੀਮੀਆ ਦੇ ਵਿੱਚ ਤੇ ਹਾਈਪਰਕੈਲੀਮੀਆ ਦੇ ਵਿੱਚ insulin is a quick way to lower the level of the potassium and magnesium. So this is the relationship of insulin with glucose, with the potassium, with magnesium. ਠੀਕ ਹੈ ਜੀ। ਸੋ ਨੈਕਸਟ ਹੁਣ ਆਪਾਂ ਦੇਖਦੇ ਹਾਂ ਹੋਰ ਕੀ ਵੇ ਆ। ਪਹਿਲਾ ਵੇ ਤਾਂ ਇਹ ਹੈਗਾ ਆ ਕਿ ਤੁਸੀਂ ਇਨਸੂਲਿਨ ਦੇ ਦਿਓ। ਇਨਸੂਲਿਨ ਨੂੰ ਆਪਾਂ ਦਿੰਨੇ ਆ ਡੈਕਸਟਰੋਜ਼ 5% ਇਨ ਵਾਟਰ ਦੇ ਵਿੱਚ। ਦੂਸਰਾ ਵੇ ਹੈਗਾ ਆ, ਸਾਡੇ ਕੋਲ ਇੱਕ ਡਰਗ ਹੈਗੀ ਆ ਸੋਡੀਅਮ ਪੋਲੀਸਟਾਇਰੀਨ ਸਲਫੋਨੇਟ, ਜਿਹਨੂੰ ਕੋਐਕਸਾਲੇਟ ਵੀ ਬੋਲਦੇ ਹੈਗੇ ਆ। ਸੋ ਇਹ ਡਰਗ ਦੇਣ ਦੇ ਨਾਲ ਕੀ ਹੁੰਦਾ ਹੈ, ਜੋ ਐਕਸੈਸਿਵ ਪੋਟਾਸ਼ੀਅਮ ਆ ਇਹ ਤੁਹਾਡੀ ਬਾਡੀ ਚੋਂ ਐਕਸਕ੍ਰੀਟ ਹੋ ਜਾਂਦਾ। ਬਟ ਇਹ ਜਿਹੜੀ ਡਰਗ ਹੈਗੀ ਆ ਐਕਸਚੇਂਜ ਕਰਦੀ ਆ ਸੋਡੀਅਮ ਤੇ ਪੋਟਾਸ਼ੀਅਮ ਦਾ। ਸੋ ਇਹ ਪੋਟਾਸ਼ੀਅਮ ਨੂੰ ਤਾਂ ਬਾਡੀ ਚੋਂ ਬਾਹਰ ਕੱਢ ਦਿੰਦੀ ਹੈ ਤੇ ਸੋਡੀਅਮ ਨੂੰ ਬਾਡੀ ਦੇ ਇਨ ਕਰਦੀ ਆ, ਰਿਟੈਂਸ਼ਨ ਕਰਦੀ ਆ। ਸੋ ਜਦੋਂ ਤੁਹਾਡਾ ਪੇਸ਼ੈਂਟ ਕੋਐਕਸਾਲੇਟ ਤੇ ਹੋਊਗਾ ਤਾਂ ਰਿਸਕ ਹੋਊਗਾ ਉਹਨੂੰ ਹਾਈ ਸੋਡੀਅਮ ਦਾ, ਹਾਈਪਰਨੈਟਰੀਮੀਆ ਦਾ। So this is the long-term solution for the hyperkalemia. Next ਹੈਗਾ ਹਾਈਪਰਕੈਲੀਮੀਆ ਦੇ ਵਿੱਚ ਅਸੀਂ ਕੈਲਸ਼ੀਅਮ ਵੀ ਦਿੰਨੇ ਆ ਕਈ ਵਾਰੀ। ਸੋ ਕੈਲਸ਼ੀਅਮ ਅਸੀਂ ਉਦੋਂ ਦਿੰਨੇ ਆ ਜਦੋਂ ECG ਚੇਂਜਸ ਆਉਣ ਲੱਗ ਪੈਂਦੇ, ਜਿਹੜਾ ਅਸੀਂ ਪੜਿਆ ਨਾ ਟਾਲ ਟੀ ਵੇਵ ਹੋ ਗਈ ਆ, ST ਸੈਗਮੈਂਟ ਐਲੀਵੇਸ਼ਨ ਹੋ ਗਿਆ, ਤਾਂ ਉਸ ਟਾਈਮ ਤੇ ਕੈਲਸ਼ੀਅਮ ਰეკਮੈਂਡ ਕੀਤਾ ਜਾਂਦਾ, ਕੈਲਸ਼ੀਅਮ ਗਲੂਕੋਨੇਟ। ਸੋ ਐਸ ਸੱਚ ਕੈਲਸ਼ੀਅਮ ਦਾ ਪੋਟਾਸ਼ੀਅਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਬਟ ਅਸੀਂ ਆਲਰੇਡੀ ਗੱਲ ਕੀਤੀ ਕਿ ਜਿਹੜਾ ਪੋਟਾਸ਼ੀਅਮ ਹੈਗਾ ਆ ਇਹਦਾ ਐਕਸੈਸਿਵ ਲੈਵਲ ਕਾਰਡੀਅਕ ਅਰੈਸਟ ਕਾਜ਼ ਕਰ ਸਕਦਾ ਕਲਾਇੰਟ ਦੇ ਵਿੱਚ। ਸੋ ਕਾਰਡੀਅਕ ਮੋਨੀਟਰਿੰਗ ਬਹੁਤ ਇੰਪੋਰਟੈਂਟ ਹੁੰਦੀ ਆ ਪੋਟਾਸ਼ੀਅਮ ਇੰਬੈਲੈਂਸ ਦੇ ਵਿੱਚ। ਸੋ ਕੈਲਸ਼ੀਅਮ ਅਸੀਂ ਇਸ ਕਰਕੇ ਦਿੰਨੇ ਆ ਬਿਕੋਜ਼ ਕੈਲਸ਼ੀਅਮ ਹੈਲਪਸ ਇਨ ਮੇਕਿੰਗ ਦੀ ਸਟੇਬਲਾਈਜੇਸ਼ਨ ਆਫ ਦੀ ਕਾਰਡੀਅਕ ਕੰਡਕਸ਼ਨ, ਇਲੈਕਟ੍ਰੀਕਲ ਐਕਟੀਵਿਟੀ ਨੂੰ ਨਾਰਮਲ ਰੱਖੂਗਾ ਤੇ ਡਿਕਰੀਜ਼ ਕਰਵਾ ਸਕਦਾ ਹੈ ਰਿਸਕ ਆਫ ਦੀ ਅਰਿਥਮੀਆਸ, ਬਿਕੋਜ਼ ਅਰਿਥਮੀਆ ਦਾ ਰਿਸਕ ਹੁੰਦਾ ਹੈ ਹਾਈਪਰਕੈਲੀਮੀਆ ਦੇ ਵਿੱਚ। ਸੋ ਕੈਲਸ਼ੀਅਮ ਦੇਣ ਦੇ ਨਾਲ ਉਹ ਰਿਸਕ ਰਿਡਿਊਸ ਹੋ ਜਾਂਦਾ ਹੈ ਬਾਈ ਮੇਨਟੇਨਿੰਗ ਦੀ ਨਾਰਮਲ ਇਲੈਕਟ੍ਰੀਕਲ ਐਕਟੀਵਿਟੀ ਆਫ ਦੀ ਹਾਰਟ। ਸੋ ਦਿਸ ਇਜ਼ ਦਾ ਰੀਜ਼ਨ ਕਿ ਹਾਈਪਰਕੈਲੀਮੀਆ ਵਾਲੇ ਕਲਾਇੰਟਸ ਨੂੰ ਕਈ ਵਾਰੀ ਕੈਲਸ਼ੀਅਮ ਗਲੂਕੋਨੇਟ ਰეკਮੈਂਡ ਕੀਤਾ ਜਾਂਦਾ ਹੈ। ਸੋ ਦੈਟ ਇਜ਼ ਐਵਰੀਥਿੰਗ ਅਬਾਊਟ ਦੀ ਹਾਈਪਰਕੈਲੀਮੀਆ। ਇਸ ਤੋਂ ਬਾਹਰੋਂ ਤੁਹਾਨੂੰ ਕੋਈ ਕੁਐਸਚਨ ਨਹੀਂ ਹਾਈਪਰਕੈਲੀਮੀਆ ਦੇ ਵਿੱਚੋਂ ਬਣਨ ਲੱਗਾ। ਸੋ ਪਹਿਲਾਂ ਤਾਂ ਅਸੀਂ ਦੇਖਿਆ ਕਿ ਪੋਟਾਸ਼ੀਅਮ ਮੇਜਰਲੀ ਜਿਹੜਾ ਹੈਗਾ ਆ ਇੰਟਰਾਸੈਲੂਲਰ ਕਟਾਇਨ ਹੁੰਦਾ ਆ। ਸੋ 98% ਜੋ ਪੋਟਾਸ਼ੀਅਮ ਆ ਸੈਲਸ ਦੇ ਵਿੱਚ ਹੁੰਦਾ ਆ, 2% ਜੋ ਪੋਟਾਸ਼ੀਅਮ ਆ ਤੁਹਾਡੇ ਬਲੱਡ ਦੇ ਵਿੱਚ ਹੁੰਦਾ ਆ। ਨਾਰਮਲ ਰੇਂਜ ਇਸ 3.5 to 5 ਮਿਲੀ ਇਕੁਇਵਲੈਂਟ ਪਰ ਲੀਟਰ। ਸੋ 5 ਮਿਲੀ ਇਕੁਇਵਲੈਂਟ ਤੋਂ ਅਗਰ ਜ਼ਿਆਦਾ ਹੋ ਜਾਂਦਾ ਉਸ ਕੰਡੀਸ਼ਨ ਅਸੀਂ ਹਾਈਪਰਕੈਲੀਮੀਆ ਬੋਲਦੇ ਆ। ਇਹ ਸਾਰੇ ਦੇ ਸਾਰੇ ਰਿਸਕ ਫੈਕਟਰਸ ਹੈਗੇ ਆ ਜਾਂ ਕੰਡੀਸ਼ਨਸ ਆ ਜਿਨ੍ਹਾਂ ਦੇ ਵਿੱਚ ਹਾਈਪਰਕੈਲੀਮੀਆ ਹੋ ਸਕਦਾ ਆ। ਐਂਡ ਥੀਸ ਆਰ ਦੀ ਪੋਟਾਸ਼ੀਅਮ ਰਿਚ ਫੂਡ, ਇਹਨਾਂ ਦੀ ਓਵਰ ਕੰਜ਼ੰਪਸ਼ਨ ਦੇ ਨਾਲ ਪੋਟਾਸ਼ੀਅਮ ਲੈਵਲ ਹਾਈ ਹੋ ਸਕਦਾ ਆ। ਅਪਾਰਟ ਫਰੋਮ ਦਿਸ ਅਸੀਂ ਡਿਸਕਸ ਕੀਤੇ ਆ ਹਾਈਪਰਕੈਲੀਮੀਆ ਦੇ ਸਾਈਨ ਐਂਡ ਸਿੰਪਟਮਸ। ਸੋ ਯੂਜ਼ਲੀ ਅਗਰ ਹਾਈਪਰਕੈਲੀਮੀਆ ਤੇ ਬਾਡੀ 'ਚ ਸਾਰਾ ਕੁਝ ਹਾਈ ਹੋਊਗਾ, ਸਾਰੇ ਸਿਸਟਮ ਅਪ ਰੇਂਜ ਦੇ ਵਿੱਚ ਹੋਣਗੇ ਐਕਸੈਪਟ ਹਾਰਟ ਰੇਟ ਐਂਡ ਯੂਰਿਨਰੀ ਆਊਟਪੁੱਟ। ਅਪਾਰਟ ਫਰੋਮ ਦਿਸ ਅਸੀਂ ECG ਚੇਂਜਸ ਪੜੀਆਂ ਹਾਈਪਰਕੈਲੀਮੀਆ ਦੇ ਵਿੱਚ ਜਿਹੜੀਆਂ ਹੋ ਸਕਦੀਆਂ ਆ ਤੇ ਹਾਈਪਰਕੈਲੀਮੀਆ ਦੀ ਮੈਨੇਜਮੈਂਟ ਦੇਖੀ ਆ। ਸੋ ਦੈਟ ਇਜ਼ ਐਵਰੀਥਿੰਗ ਅਬਾਊਟ ਦੀ ਹਾਈਪਰਕੈਲੀਮੀਆ। ਸੋ ਜੇ ਤੁਸੀਂ ਚਾਹੁੰਦੇ ਕਿ ਆਪਾਂ ਹਾਈਪੋਕੈਲੀਮੀਆ ਨੂੰ ਵੀ ਇਨ ਸੇਮ ਵੇ ਡਿਸਕਸ ਕਰੀਏ, ਉਹਦੇ ਕਾਜ਼ਸ ਦੇਖੀਏ, ECG ਚੇਂਜਸ ਦੇਖੀਏ, ਮੈਨੇਜਮੈਂਟ ਪੜੀਏ ਹਾਈਪੋਕੈਲੀਮੀਆ ਦੀ, ਦੈਨ ਡੂ ਲੈਟ ਮੀ ਨੋ ਇਨ ਦੀ ਕਮੈਂਟ ਸੈਕਸ਼ਨ। ਆਪਾਂ ਜੋ ਨੈਕਸਟ ਵੀਡੀਓ ਹੋਗੀ ਹਾਈਪੋਕੈਲੀਮੀਆ ਤੇ ਬਣਾ ਲਾਂਗੇ। ਤੇ ਲਾਸਟ ਤੇ ਆਪਾਂ ਇੱਕ ਕੁਐਸਚਨ ਰੱਖਿਆ ਆ, ਇਹ ਕੁਐਸਚਨ ਤੁਸੀਂ ਸਾਰਿਆਂ ਨੇ ਆਨਸਰ ਕਰਨਾ ਆ ਜੇ ਤੁਸੀਂ ਸਾਰੀ ਵੀਡੀਓ ਦੇਖੀ ਆ। ਸੋ ਯੂਰ ਪੇਸ਼ੈਂਟ ਹੈਜ਼ ਅ ਹਾਈਪਰਕੈਲੀਮੀਆ। ਸੋ ਕਿਹੜੇ ਕਲੀਨਿਕਲ ਸਾਈਨਸ ਪੇਸ਼ੈਂਟ ਦੇ ਵਿੱਚ ਹੋ ਸਕਦੇ ਆ ਉਹ ਤੁਸੀਂ ਦੱਸਣੇ ਆ। ਸਿਲੈਕਟ ਆਲ ਡਾਟਾ ਅਪਲਾਈ। ਸੋ ਥੀਸ ਆਰ ਦੀ ਆਪਸ਼ਨਸ। ਤੁਹਾਨੂੰ ਜਿਹੜੇ ਵੀ ਆਪਸ਼ਨ ਸਹੀ ਲੱਗਦੇ ਆ ਡੂ ਲੈਟ ਮੀ ਨੋ ਇਨ ਦੀ ਕਮੈਂਟ ਸੈਕਸ਼ਨ ਐਂਡ ਨੈਕਸਟ 24 ਆਵਰਸ ਦੇ ਵਿੱਚ ਆਪਾਂ ਇਸ ਕੁਐਸਚਨ ਦਾ ਰਾਈਟ ਆਨਸਰ ਪੋਸਟ ਕਰਾਂਗੇ। ਸੋ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਫੀਡਬੈਕ ਜ਼ਰੂਰ ਦਿਓ। ਤੇ ਜੇ ਵੀਡੀਓ ਤੁਹਾਨੂੰ ਰੀਅਲੀ ਵਧੀਆ ਲੱਗਦੀਆਂ, ਕੰਟੈਂਟ ਵਧੀਆ ਲੱਗਦਾ ਹੈਗਾ ਆ, then for my support please like and share these video within your nursing circle. So stay tuned with Nursing Scoop. Thank you so much for watching. Keep sharing and keep supporting.